गया ਇਹਦੀ ਲੱਤਾਂ ਦੀ ਸੋਈ ਕਿਦਾਂ ਦੀ ਪਈ ਭੈਣ ਇਹ ਮਹੀਨਾ ਹੀ ਹੁਣ ਭਾਈ ਨੂੰ ਚੱਲਾ ਵੀ ਟੀਕੇ ਲਿਆ ਰਿਹਾ ਸਟੋਰ ਤੋਂ ਲਾਉਂਦੇ ਨੇ ਕਦੀ ਉਹਨਾਂ ਦਾ ਕੋਈ ਨਾ ਕਦੀ ਕੋਈ ਲਾ ਲਾ ਥੱਲੇ ਧੁੱਪੀ ਛੋਟੇ ਟੀਕੇ ਵੀ ਲਾਏ ਨੇ ਫਿਰ ਦੂਸਰੇ ਵੀ ਲਾਏ ਗਏ ਡ੍ਰਿਪ ਵੀ ਉਹਦਾ ਲਾ ਲਈ ਮੌਸਮ ਵੀ ਆਇਆ ਸੀ ਅਗਲੇ ਦਿਨ ਉੱਥੇ ਬੈਠੇ ਦੁਕਾਨ ਅੱਛਾ ਇਹ ਕਿਤੇ ਵਗਿਆ ਵਗਿਆ ਵੀ ਰੇਸ਼ਾ ਬਾਹਰ ਵੀ ਆਇਆ ਕਿ ਨਹੀਂ ਕੋਈ ਰੇਸ਼ਾ ਰੂਸ਼ਾ ਨਹੀਂ ਭਾਈ ਨਾ ਸਿਰਫ ਇਹ ਖੁਰਲੀ ਮੈਂ ਉੱਠੀ ਸਾਹਮਣੇ ਖੁਰਲੀ ਨਾਲ ਮੈਂ ਦਾ ਗੋਡਾ ਵੱਜ ਗਿਆ ਖੁਰਲੀ ਨੂੰ ਮੈਂ ਸਵੇਰ ਨੂੰ ਆਇਆ ਮੈਂ ਦਾ ਗੋਡਾ ਵੱਜ ਗਿਆ ਕੋਈ ਸੋਚ ਪੈਣੀ ਸ਼ੁਰੂ ਹੋ ਗਈ ਉੱਥੇ ਹਵਾ ਬੜੀ ਉਹ ਲੱਤ ਚੁੱਕੀ ਗਈ ਸਾਫ਼ ਹੋ ਗਈ ਇਹ ਕੱਲ ਲੱਗ ਫਿਰ ਜ਼ੋਰ ਪਤਾ ਨਹੀਂ ਲੱਗਾ ਮੇਰੇ ਆਉਣ ਤੋਂ ਪਹਿਲੇ ਪੱਠੇ ਲੈ ਕੇ ਆਇਆ ਖੁੱਲੀ ਇੱਥੇ ਬੈਠੀ ਆਣ ਕੇ ਠਾਈ ਇਹਨੇ ਕਿਹਾ ਲੱਤ ਨਹੀਂ ਹੈਗੀ ਹੁਣ ਸਵੇਰ ਹੀ ਪੱਠੇ ਖਾ ਲੱਗੀ ਪਈ ਲੱਤ ਜਾਈ ਭਾਰ ਨਹੀਂ ਪਾਉਣ ਲਈ ਦੂਸਰੀ ਲੱਤ ਬਿਲਕੁਲ ਠੀਕ ਹੈ ਉਹ ਠੀਕ ਹੈ ਸਾਰੀ ਕੇ ਨੋ ਪਰ ਟੀਕੇ ਦੇ ਇੰਨੇ ਕੁ ਲੱਗ ਚੁੱਕੇ ਨਾ ਮੈਂ ਉਹਨੂੰ ਬੇ ਸਾਰੇ ਲੱਗ ਗਏ ਉਹਨੂੰ ਮੈਂ ਠੀਕ ਹੈ ਪੱਲੇ ਵੀ ਚਲੋ ਤਲਾ ਫਿਰ ਕੇ ਥਾਣਾ ਤੋੜ ਵੀ ਕੰਮ ਲੱਗ ਗਿਆ ਇੱਕ ਦਰਬੜ ਆਉਂਦੇ ਆ ਦੂਸਰੇ ਜੋ ਪਾਣੀ ਦੇ ਉਸਨੇ ਇਹਦੇ ਟੀਕੇ ਲੱਗ ਗਈ ਸੜ ਗਈ ਕੱਲ ਚੋਈ ਆ ਚੋਈ ਕੋਈ ਨਹੀਂ ਧਾਰਾਂ ਕੱਢੀ ਜਾਂਦੇ ਮੈਂ ਜੇ ਹੁੰਦੀ ਹੈ ਠੀਕ ਨੇ ਫਿਰ ਦੇਈਦੀ ਹੈ ਬਹੁਤੀ ਬਹਿ ਗਈ ਤੇ ਫਿਰ ਇਹਦਾ ਕੀ ਵਟਣਾਵੇ ਆਹੋ ਅੱਗੇ ਬਣਾਓ ਵੀ ਚਲੋ ਅਸੀਂ ਕਿ ਥੱਲੇ ਉੱਡ ਗਈ ਕੋਈ ਗੱਲ ਨਹੀਂ ਇੱਕ ਵਾਰ ਬਹਾਲ ਹੋ ਜਾਵੇ ਚਲੋ ਦੁਬਾਰਾ ਮੈਂ ਦੁੱਧ ਤੇ ਆਪੇ ਪੈ ਜਾਏਗੀ ਹੁਣ ਠੀਕ ਹੈ ਉਹਨੂੰ ਜਾਨ ਛੁੱਟੇ ਤੇ ਨੀਡਰ ਲਾਓ ਜੀ ਸੋਈ ਲਿਆਉਂਦੇ ਚੈੱਕ ਕਰੀਏ ਇਹਦੇ ਕੀ ਨਿਕਲਦਾ ਹੁਣ ਇਹਨੂੰ ਛੋਟਾ ਮਾਰ ਕੇ ਉਠਾਉਣਾ ਵੀ ਅੱਜ ਮੈਂ ਵੀ ਔਖੇ ਹੋ ਗਈ ਉਹਨੂੰ ਕੁੜੀ ਤੋਂ ਖੋਲ ਲਿੱਤੀ ਪੱਠੇ ਖਾ ਕੇ ਆ ਗਈ ਉਹਨੇ ਬੜਾ ਯਾਰ ਭਾਰੀ ਬੜਾ ਸੁਝਿਆ ਵਿਚਾਰੀ ਪਰ ਉਹ ਲੱਗੀ ਦੀ ਖੁਰਲੀ ਤੇ ਵੱਜਦੀ ਰਹੀ ਨਹੀਂ ਖੁਰਲੀ ਤੇ ਰਾਤ ਨੂੰ ਜਿੱਥੇ ਮੈਂ ਨਹੀਂ ਬੰਨੀ ਇੱਥੇ ਵੱਜੀ ਸਵੇਰ ਨੂੰ ਆਏ ਆ ਤੇ ਆਣ ਕੇ ਮੈਂ ਵੇਖਿਆ ਲੱਤ ਸੁੱਜੀ ਇਹਨੇ ਕਿਤੇ ਜ਼ੋਰ ਲਾ ਕੇ ਉੱਠੀ ਸਾਹਮਣੇ ਖੁਰਲੀ ਗੋਡਾ ਸਾਹਮਣੇ ਗੋਡਾ ਠੁੱਕਾ ਹੋਈ ਜ਼ੋਰ ਦੀ ਉੱਠੀ ਯਾ ਕਾਲੀ ਜਿਹੜੀ ਉੱਪਰ ਕੇ ਬਾਹਰ ਆ ਗਈ ਇਹ ਸੈੱਟ ਹੋ ਗਈ ਸੈੱਟ ਹੋ ਗਏ ਫਿਰ ਦੁਬਾਰਾ ਹੁਣ ਫਿਰ ਬਾਹਰ ਉਹੀ ਹਾਲ ਹੋ ਗਏ ਹੁਣ ਕੱਲ ਦਾ ਕਿਤੇ ਬਹਿ ਗਈ ਤੇ ਜ਼ੋਰ ਲਾਇਆ ਤੇ ਜ਼ੋਰ ਲੱਗ ਗਿਆ ਉੱਠਣ ਲੱਗੇ ਘੁੰਮ ਕੇ ਫਿਰ ਉੱਠਦੀ ਹੋਣੇ ਨੇ ਉੱਠਣਾ ਤੇ ਘੁੰਮ ਕੇ ਉੱਠਣਾ ਜ਼ੋਰ ਲਾ ਰਿਹਾ ਭਾਵੇਂ ਉਹ ਉੱਥੇ ਚਲੇ ਗਏ ਬਾਕੀ ਸਾਰਾ ਮਸਲਾ ਠੀਕ ਹੈ ਨੇ ਰੋਲਾ ਤੇ ਇੱਥੋਂ ਹੀ ਆ ਜਰਾ ਜੋੜ ਨਹੀਂ ਮੈਂ ਜੋੜ ਤੋਂ ਹੋਰ ਮੈਂ ਉਹਨੂੰ ਜੋੜ ਇਹ ਬੜਾ ਕੰਮ ਖਰਾਬ ਕੀਤਾ ਇਹ ਕੋ ਸ਼ੋਲਡਰ ਜੋਇੰਟ ਆ ਜਾਂਦਾ ਇਹ ਸੋਚ ਹੁਣ ਮੈਂ ਨੇ ਪਾਈ ਹੈ ਨਾ ਅੱਜ ਅੱਛਾ ਅੱਜ ਪਈ ਪਹਿਲੇ ਇਹ ਸੀ ਇਹ ਪਹਿਲੇ ਸੀ ਇਹ ਨਹੀਂ ਸੀ ਹੈਗੀ ਇਹ ਹੁਣ ਅੱਜ ਪਾਈ ਸੋਚਿਆ ਨਾਲ ਹੀ ਕੰਮ ਖਰਾਬ ਹੋਇਆ ਇਹ ਸੋਚ ਅੱਜ ਪਾਈ ਸੁਕੇ ਪਹਿਲੇ ਉਹੋ ਹੀ ਹੈਗੀ ਸੀ ਲੈ ਗਈ ਲਾਤੇ ਇੱਥੇ ਹੋਈ ਸੀ ਸਿਰੰਜ ਪੜੋ ਭਾਈ ਜਰਾ ਖਾਲੀ ਪਲਾਸ ਕਰ ਦੀ ਵੱਡੀ ਲਿਆਵਾ ਛੋਟੀ ਨਹੀਂ ਚਲੋ ਜੀ ਅੱਲਾ ਭਾਈ ਦਾਦ ਦੀ ਜਾਨ ਬਚਾ ਜੇ ਚਲੋ ਵੇਖ ਲਓ ਟਿੱਕੀ ਮੱਝ ਤੇ ਉੱਠਿਆ ਤੋਂ ਜਾਂਦਾ ਨਹੀਂ ਤੇ ਕਿਸਾਈਆਂ ਨੇ ਕੀ ਦੇਣਾ ਹੈ ਉਹ ਕਸਾਈਆਂ ਥਣ ਸਾਫ਼ ਕਰ ਬਾਰ-ਬਾਰ ਥਣ ਨਾ ਖਰਾਬ ਹੋਣ ਦੇ ਵੈਸੇ ਕਹਿੰਦੇ ਆ ਵੀ ਜੇ ਤੇ ਵੱਜਦੀ ਉਹ ਕਹਿੰਦੇ ਰੇਸ਼ੇ ਦੀ ਵਿਸ ਚੜ ਗਈ ਸੋਚ ਹੋ ਗਈ ਇਹਦੀ ਵਿਸ ਚੜ ਗਈ ਜਦੋਂ ਨਿਕਲਣਾ ਨਾ ਰੇਸ਼ਾ ਬਾਹਰ ਇਹ ਕੱਲ ਦਾ ਕਿੰਨਾ ਫਰਕ ਭਾਈ ਉਹ ਮੈਂ ਸਮਝ ਲਓ ਤੁਹਾਨੂੰ ਦੱਸਣ ਡਿਆ ਨਾ ਮੈਂ ਛੱਡੀ ਇਹ ਤੇ ਮੈਂ ਸਮਝ ਲੱਤ ਇੱਥੇ ਵੇ ਭਾਈ ਉਹ ਆਹ ਕੰਮ ਬੜਾ ਪੈ ਗਿਆ ਨਾ ਰੇਸ਼ਾ ਚੜ ਗਿਆ ਤਾਂ ਨੂੰ ਹਾਂਜੀ ਮੈਂ ਲੱਤ ਇਹ ਤਾਂ ਰੇਸ਼ਾ ਚੜਦਾ ਸਾਰੇ ਤੇਰਾ ਚੁੜੇਗਾ ਨਾ ਜੀ ਇਹ ਹਲਪੂ ਤੱਕ ਤੇ ਆਪੜ ਗਿਆ ਹਲਪੂ ਚੋਣ ਤੱਕ ਤੇ ਅੱਗੇ ਮੈਂ ਪੂਰਾ ਭਾਰ ਪਾਉਂਦੀ ਸੀ ਸਾਰਾ ਕੁਝ ਓਕੇ ਕੀਤਾ ਸੀ ਮੈਂ ਹੁਣ ਮੈਂ ਜਿਹੜੀ ਇਹਨਾਂ ਕੱਲ ਦਾ ਸਮਝ ਲਓ ਇੱਕ ਲੱਤ ਆਪਣੀ ਨੇ ਭਾਰ ਪਾਉਂਦੀ ਵੀ ਔਖੀ ਹੋ ਕੇ ਪਾਣੀ ਤੇ ਗਈ ਮੈਨੂੰ ਦੱਸੋ ਕਿ ਜਿਹੜੀ ਸੱਟ ਲੱਗੀ ਨਾ ਸੱਟ ਲੱਗਣ ਦੇ ਨਾਲ ਚੜ ਗਈ ਵਿਸ ਚੜ ਕੇ ਪੈ ਗਈ ਸੋਜ ਤੋਂ ਬਾਅਦ ਬਣ ਗਿਆ ਰੇਸ਼ਾ ਹੁਣ ਰੇਸ਼ਾ ਕੱਢਾਂਗੇ ਤੇ ਮੈਂ ਤੇ ਜਾਨ ਬਚ ਸਕਦੀ ਹੋਰ ਇਹਦਾ ਤਰੀਕਾ ਘਰ ਹੀ ਹੈ ਨਹੀਂ ਤੇ ਕਿਸਾਈਆਂ ਕੋਲ ਦੇ ਦੇ ਵੇਲੇ ਜਿੰਨੇ ਤੂੰ ਡਰਿਆ ਵੇ ਤੂੰ ਤਾਂ ਫੁੱਲ ਤਿਆਰ ਹੈ ਮੈਨੂੰ ਡਾਕਟਰ ਇਸ਼ਾਰਾ ਦੇ ਦੇ ਟੀਕੇ ਲਾ ਥੱਲਿਓ ਵੀ ਤਖਤਾ ਬਹਿ ਗਿਆ ਹਰ ਸ਼ਾਇਦ ਤੇ ਮੁੱਦਾ ਹੋ ਗਿਆ ਹੁਣ ਆ ਵੇਖੋ ਬਹਿ ਗਈ ਬਹੁਤੀ ਬਹਿ ਗਈ ਤੇ ਫਿਰ ਕਿਸੇ ਨੇ ਕੀ ਦੇਣਾ ਆ ਜੀ ਮੁਖਤਲਿਫ ਡਾਕਟਰ ਉਹਦੇ ਜਾਂਦੀ ਉਹਦੀ ਪਈ ਕਿਸੇ ਵੇਲੇ ਹਾਂ ਮੁੜ ਕੇ ਨਹੀਂ ਜਾਣਾ ਹੈਗਾ ਬਸ ਜਿੱਥੇ ਬਹਿ ਗਈ ਫਿਰ ਬਹਿ ਗਈ ਖੜੀ ਹੋ ਜੀ ਇਧਰ ਉਹ ਉਠਾਉਣੇ ਨੂੰ ਛੋਟੀ ਦੇ ਨਾਲ ਹੀ ਉਠਾਉਣਾ ਉੱਥੇ ਹੀ ਸਵੇਰ ਦੀ ਮੈਂ ਉੱਠਿਆ ਮੁੜ ਕੇ ਇੱਥੇ ਬਹਿ ਗਈ 3 ਵਜੇ ਕੀ ਹੋਇਆ ਵਾਲੇ ਨਾਲ ਨਿੰਮ ਦੇ ਪੱਤੇ ਜ਼ਰੂਰ ਪਾ ਦੇ ਉਹਦੇ ਵਿੱਚ ਨਿੰਮ ਦੇ ਪੱਤੇ ਜ਼ਰੂਰ ਪਾਈ ਨਿੰਮ ਦੇ ਪੱਤੇ ਜਿਹੜੇ ਨੇ ਉਹ ਵਿਸ ਚੁੱਕ ਲੈਂਦੇ ਨਾ ਨਿੰਮ ਦੇ ਪੱਤੇ ਵਿਸ ਚੁੱਕ ਲੈਂਦੇ ਸਹੀ ਕਹਿੰਦੇ ਰਾਜ ਸਾਹਿਬ ਨਹੀਂ ਬਾਦਸ਼ਾਹ ਜਿਹੜਾ ਨਿੰਮ ਦੇ ਵੱਡੀ ਚੀਜ਼ ਵਿੱਚ ਪਾਈ ਜਾਂਦਾ ਹਾਂ ਉਹ ਵੀ ਪਾਈ ਜਾਂਦੇ ਹੁਣ ਖਾਈਏ ਭਾਣ ਕੇ ਫਿਰ ਇੱਥੇ ਰਹਿੰਦੀ ਖੜੀ ਕਰਕੇ ਕੋਸ਼ਿਸ਼ ਕਰ ਲਓ ਹੁਣ ਪਰ ਆਨੇ ਜਲਦੀ ਆ ਜਾਣਾ
वाश करके धो के डटोल नाल पायोडीन नाल आयोडीन नाल को ड्रेस फैल देना पट्टी करना ना फिर कर मैं तां ही तुहानू दसना इस सराख च पट्टी करनी पैनी विच पट्टी विच करनी पैनी फिर बचेगा हौली हौली बचेगा नाल टीके एंटीबायोटिक लाओ ना रेशा 10 ग्राम का टीका लगेगा नाल लॉक्सन लाइए 10 ते जिन्नी भी तो पट्टी दाखिल करनी है स्प्रे मार विच थोड़ी हथ बल्ला मार पानी ना धो के स्प्रेड दी मारा रेशा तू साड़ के बाहर कढेगी ਇਹ ਖਤਮ ਹੋ ਗਿਆ ਥਾਂ ਦੁਬਾਰਾ ਬਾਹਰ ਕੀਤਾ ਮੈਂ ਤੇ ਮੁੱਕ ਗਿਆ ਸੀ ਸਾਦਾ ਕੱਲ ਦਾ ਫਿਰ ਪਾਣੀ ਬਣ ਗਿਆ ਗੁੜੀਆ ਵਾ टीके लाएंगे ना 5 ग्राम दिया हुई 10 ग्राम अस्सलाम वालेकुम डॉक्टर मोहम्मद रियाज अजवेरी वेटरनरी क्लिनिक एंड फार्मेसी चौक शादीपुरा ये वही भैंस है जिसकी टांग और नी जॉइंट और शोल्डर जॉइंट एल्बो जॉइंट सूजी हुई थी और हमने निडल लगाकर इसको देखा तो इसमें वाइट कलर का घड़ा रेशा नुमा पीप निकली। ये देखिए हमने इसकी सर्जरी की। सबसे पहले हमने आयोडीन का सोल्यूशन लगाया और इसके साथ हमने लिग्नोकिन इंजेक्शन दिया। लोकल एनेस्थेटिक देने के बाद हमने इसको सीजर यानी शिगाफ लगाया 11 नंबर ब्लेड के साथ सर्जरिकल ब्लेड के साथ हमने तकरीबन 1.5 से 2 इंच का हमने शिगाफ लगाया, चीरा दिया। चीरा देने से ये काफ़ी हद तक वाइट कलर का अंदर से और गाढ़ा सा रेशा निकला जिससे इस भैंस की काफ़ी हद तक हालत बेहतर होगी। और ये देखें कितनी ज़्यादा अंदर से पीप और ये रेशा नुमा मवाद निकल रहा है जिससे जिसकी भैंस की काफ़ी हालत ख़राब थी। ये जब बैठ जाती थी तो खड़ा नहीं हुआ जा रहा था और जब के बैठने से भी ये अपनी टांग को सीधा नहीं ये अकड़ा कर ही रखती थी, ये फोल्ड नहीं कर सकती थी। इसका जो घुटने का जोड़ है वो भी अकड़ा हुआ था और ये घुटने का जोड़ जो है वो इकट्ठा नहीं कर सकती थी, जाम हो गया था जोड़। जोड़ के अंदर भी रेशा पड़ गया था और इसके साथ साथ जोड़ के साथ ऊपर वाली जगह जो है एल्बो जॉइंट और इसके साथ शोल्डर जॉइंट तक ये इनके इन्फेक्शन पहुंच चुका था और इतनी ज़्यादा इसकी हालत ख़राब थी कि उन्होंने मुझे बताया कि हमने इसको काफ़ी हद तक इंजेक्शन लगाए और काफ़ी डॉक्टरों ने इसका इलाज भी किया, लेकिन इसका इलाज इतना कामयाब ना हो सका। एक दफ़ा इलाज करने से हल्का सा वक्ती तौर पर कोई फ़र्क पड़ा था, लेकिन बाद में उसी हालत में वापस आ गई थी। हो सकता है कि उन्होंने कोई स्टीरॉइड वगैरह दिया हो, एंटीबायोटिक को दिया हो, जिसकी वजह से वक्ती तौर पर इसको फ़र्क पड़ा हो, लेकिन मुकम्मल तौर पर ये इसकी तकलीफ़ दूर ना हो सकी। असल में इसका मसला ये था, सबसे पहले ये इनकी ये कह रहे थे कि इनकी जगह ये भैंस बांधते हैं, यहाँ पे चोट लगने की वजह से इस भैंस के सामने वाले घुटने वाले जोड़ नी जॉइंट में जब चोट लगी थी वहाँ से सबसे पहले इसको सोजिश हुई थी। यानी कि सोजिश की मुकम्मल अलामत यानी कि वो जगह गर्म थी, हाथ लगाने से दर्द महसूस करती थी और इसके साथ साथ बना वो दर्द शुदा थी, गर्म थी और हाथ लगाने से दर्द महसूस करती थी और इसके अलावा ये उभरी हुई जगह थी। यानी कि ये सोजिश की यानी कि मुकम्मल तौर पर ये अलामत थी, लेकिन इसके बावजूद इन्होंने इंजेक्शन वगैरह अपने नज़दीकी डॉक्टर को लगवाए और को फार्मेसियों पे भी जाकर इंजेक्शन लगाए लेकर गए और हमारी फार्मेसी में भी आकर इन्होंने इंजेक्शन लिए। इनकी हकीकत पर इंजेक्शन लेने के बाद इन्होंने डोजें लगाई, लेकिन इसको मुकम्मल तौर पर शफा याबी ना हो सकी क्योंकि वहाँ पे इनके जो पायोजेनिक बैक्टीरिया जो होते हैं, जो बैक्टीरिया जरासीम पैदा करते हैं, जो इन्फेक्शन जो बैक्टीरिया जरासीम पैदा करने वाले जो बैक्टीरिया होते हैं जो इन्फेक्शन पैदा करते हैं, इन्फेक्शन पैदा करने की वजह से अंदर से पील पड़ गई थी और इसके साथ इसको टेम्परेचर हो चुका था। टेम्परेचर की वजह से ये भैंस काफ़ी हद तक कमज़ोर हो चुकी थी और इनका यही इरादा था अगर ये भैंस नहीं ठीक हो सकती तो हम इनको सेल कर देते हैं, इनको इनके सेल कर देते हैं ताकि ये भैंस हमारी इधर मर ना जाए, ये गिर ना जाए। और इसके साथ साथ अगर ये गिर गई, अगर ये ना उठ सकी या फिर इसकी मौत होगी, डेड होगी, तो हमें इसको खींच कर बाहर निकालना पड़ेगा। ये भी बहुत मुश्किल बात होती है। ये लोग इधर कॉलोनियों में जो जानवर रखते हैं उनको सबसे ज़्यादा जो मुसीबत यही होती है जानवर को हम बाहर कैसे फेंकेंगे, क्योंकि इधर शहर वाला एरिया होता है, इधर से बाहर फेंकना बहुत मुश्किल होता है। इनकी यही कोशिश होती है कि हमारा जानवर अगर बच जाए
तो बहुत अच्छी बात। अगर नहीं बच रहा तो हमें फ़ौरन किसी कसाब को, किसी कसाई को रब्ता करके इसको दे देना चाहिए। और ये इतनी ये भी कोशिश करते हैं अगर महंगा भी जानवर हो तो सस्ते दामों में सेल कर देते हैं। हमारी ये कोशिश होती है कि ये लोग कसाब को ना दें, इसका इलाज करें और मुकम्मल तौर पर इसको शिफायाबी हो जाए, तंदुरुस्त हो जाए, ताकि ये मालिक को यानी कि माली नुकसान ना हो, इसका जानवर का जो दूध ज़ाया हो रहा है वो दूध भी ना कम हो। लेकिन ये जो दूध कम हुआ है ये वक्ती तौर पर कम हुआ है। 15 से 20 दिन के अंदर अंदर इसको यानी कि दूध की पैदावार सलाहियत पूरी हो जाएगी और ये जो ज़ख्म है ये 6-7 दिन के अंदर अंदर बिल्कुल कम्प्लीट तौर पर ठीक हो जाएगा और हमें उम्मीद है कि ये दोबारा ज़ख्म नहीं होगा। हमने इसे जो ज़ख्म वाला जो हिस्सा है इसमें बैंडेज को पायोडीन के साथ हमने तर किया, तर करके हमने बैंडेज इसके सुराख में दाखिल की और मुकम्मल कंप्लीट तौर पर इसको भर दिया। यानी कि ये काफ़ी हद तक गहरा था और साथ साथ ऊपर वाला हिस्सा जो था जगह जगह जिस जगह फूली हुई थी ऐसे लग रहा था जैसे किसी ने हवा भरी होती है, हवा जैसी अलामत महसूस हो रही थी। लेकिन जब हमने निडल लगाई, निडल लगाने से हमें पता चला कि अंदर से रेशा है, पीप है। ये पायोजेनिक बैक्टीरिया की वजह से हुआ है। पायोजेनिक बैक्टीरिया ने अंदर इन्फेक्शन कर दी। इन्फेक्शन की वजह से अंदर से काफ़ी हद तक मवाद जमा एब्सेस बन चुका था। एब्सेस से काफ़ी हद तक मवाद बन चुका था जो हमने शगाफ लगाने से, चीरा लगाने के बाद हमने सारा का सारा गंद साफ़ कर दिया। सारा रेशा साफ़ करने के बाद हमने पायोडीन के साथ बैंडेज को तर करके अंदर से धकेल दिया, अंदर दाखिल कर दी। दाखिल करके हमने इसके ऊपर से मज़ीद बैंडेज को बांधा। हाँ जी, ये देखिए हमने जो एक बैंडेज जो हमने अंदर ज़ख्म में दाखिल की, दाखिल करने के बाद जगह अभी भी बच रही है, अंदर से काफ़ी हद तक जगह खुली है। यानी कि जो रेशा इतना ज़्यादा तेज़ी से निकला था वो जगह जितनी भी खाली बची है वो सारी जगह बैंडे के साथ अंदर को पुर करनी होती है। अगर हम थोड़ा सा भी खला छोड़ेंगे अंदर से बैक्टीरिया दोबारा नशोनुमा पा जाएंगे और नशोनुमा पाने से दोबारा फिर पीप ज़्यादा बढ़ सकती है। इसके साथ साथ जब पीप ज़्यादा भी हो सकती है इसको एंटीबायोटिक भी अच्छे लगाने पड़ते हैं। हल्के एंटीबायोटिक लगाने से दोबारा इन्फेक्शन होने का खतरा होता है। ये हमने सारी की सारी हमने बैंडेज अंदर दाखिल कर दी और दाखिल करने के बाद हमने बैंडेज को इसके जख्म के ऊपर भी बांध दिया ताकि ये दोबारा बैंडेज खुल ना सके और खुलने के बाद अंदर से निकल ना सके। और हमने इसको इंजेक्शन के तौर पर हमने क्या दिया, हमने फेड्रो का इंजेक्शन होता है प्रोंटोसिल, हमने प्रोंटोसिल का इंजेक्शन दिया 40 ml और पेन किलर के तौर पर हमने इसको फ्लोरनेक्स मैग्लोमीन का इंजेक्शन 15 ml दिया और थोड़ा सा हमने सोजिश के लिए भी इंजेक्शन लगाना पड़ा क्योंकि ये काफ़ी हद तक सोजिश बड़ी हुई थी। हमने 716 ml 10 ml का इंजेक्शन भी दे दिया। हमने इसको दोबारा फिर यानी कि कल आकर देखेंगे और मुझे उम्मीद है कि 2 से 3 पट्टियों में, 2 से 3 बैंडेजों में ये बिल्कुल क्लियर हो जाएगी, ठीक हो जाएगी। और हम इंशाल्लाह फिर वीडियो लेकर आएंगे, ऐसी हमको बार बार दिखाते रहेंगे ताकि हम लोगों को मुकम्मल तौर पर हम बता सकें कि इन जानवरों का कैसे इलाज किया जाता है। ये लोग जो थके हुए हैं, जो तंग लोग हैं, ये जो डरे हुए हैं, इनको तसल्ली देने के लिए सिर्फ और सिर्फ एक्सपीरियंस का होना ज़रूरी है। आपको हर चीज़ का इल्म होना चाहिए। जब आप जानवर के पास जाएं तो जानवर खुद बोलकर बोले कि हमें यहाँ पे तकलीफ़ है, हमें यहाँ पे तकलीफ़ है, हमें यहाँ मसला है, उस मसले का हल करें ताकि जानवर भर वक्त ठीक हो सके। और भर वक्त ठीक होने से मालिक का काफ़ी हद तक माली नुकसान पूरा हो सकता है और इसके साथ साथ दूध की पैदावार को भी हम पूरा कर सकते हैं। अगर ये जानवर सेल कर देते, जानवर सेल करने के साथ साथ जानवर को अगर फ़र्ज़ करें कि ये जानवर सेल कर देते हैं तो इसके साथ साथ इसको जितना नुकसान होगा, ये अगर 4 लाख का जानवर हो तो 20 से 25 हज़ार का या 40 हज़ार का सेल करेंगे, ये समझ लें कि 3.5 लाख का इसको नुकसान पहुंच जाएगा। और ये लोग जो है ये वधार जानवर भी ख़रीद कर लाते हैं। हमें ज़्यादातर कोशिश यही करनी चाहिए कि इनके जानवरों को बचाया जाए और इनका बड़े नुकसान को पूरा किया जाए। गोटा तो अगे नहीं फोल्ड कर दी करेगी साह थोड़ा देगा तो फिर ही है ना। गोटा होने से ही गोटा डालो मोड़ के दबेगी ना तेनों दवा देगी मैं तो ना मैनू देगी। ये पट्टियां जिमें जिमें साफ होनी अंदर निकलना रेशा, पट्टी ने रेशा साफ करना है
ਇਹ ਗੋਡੇ ਚੋਂ ਸਾਰਾ ਰੇਸ਼ਾ ਵੇਖ ਸਾਫ ਕਿਸ ਤਰ੍ਹਾਂ ਹੋਏਗਾ। ਕੁੜੀ ਆ ਨਿਕਲੀ ਆ ਤੇ ਨਿਕਲਾ ਚੜਿਆ ਸੀ ਭੈਣ ਦੀ ਫੁੱਦੀ ਹੋਵੇ ਹੋਰ ਕੀ ਥੋੜੀ ਮੈਂ ਆਉਂਦੀ ਤੰਗ ਹੋਈ ਉਧਰ ਵੀ ਤੇਰੇ ਸਾਹਮਣੇ ਜੇ ਅੰਦਰ ਯਾਰ ਬੰਨਣ ਲੱਗ ਪਿਆ ਉਸਤਾਦ ਤੂੰ ਮੈਨੂੰ ਇੱਕ ਗੱਲ ਦੱਸ, ਇਹਨੂੰ ਤੂੰ 5 ਮੈਨੂੰ ਗ੍ਰਾਮ ਦੇ ਟੀਕੇ ਉਦਾਂ ਦੇ ਲਵਾਈ ਹੁੰਦੇ ਨੇ ਤਾਂ ਹੀ ਬੜਾ ਮੈਂ ਨਾਲ ਨਹੀਂ ਤੂੰ ਮੈਨੂੰ ਇਹ ਦੱਸ ਤੂੰ ਸਾਡਾ ਉਸਤਾਦ ਹੈਗਾ, ਤੂੰ ਪਹਿਲਾਂ ਗੌਰ ਤਾਂ ਕਰ ਲੈ। ਮੈਨੂੰ ਉਸਤਾਦ ਤੱਕ ਕਿਹਨੇ ਵਧਾਤਾ ਇਹਨੂੰ ਹੈ ਪਾਣਾ ਦਿਨ ਉਸਤਾਦ ਕਹਿੰਦੇ ਹੋ ਮੈਨੂੰ ਪੱਟੀ ਕਰਦੇ ਫਿਰ ਬਾਈ ਦੀ ਰਾਤ ਨੂੰ ਠਹਿਰ ਕੇ ਗੱਲ ਦਿਨ ਉਸਤਾਦ ਕਹਿੰਦੇ ਮੈਂ ਤੁਹਾਨੂੰ ਕਹਿਣ ਢੋੜ ਕਿਹਨੂੰ ਕਹਿਣ ਦੇ ਅੱਛਾ ਇੱਥੇ ਨੂੰ ਇੰਦਰ ਬਾਬਾ ਰੱਖ ਦੇ ਇਸ ਰੱਖੀ ਲੈ ਜਵਾ ਦੇ ਗਿਰਾ ਸੀ ਕੋਈ ਗਿਆ ਠੀਕ ਹੋ ਗਈ। ਮੈਂ ਹੁਣ ਕੱਲ ਹੀ ਤੇਰੇ ਸਾਹਮਣੇ ਉੱਠ ਇਹਨੇ ਖੁਰਰੀ ਨਾ ਉੱਠਣ ਕੱਢਿਆ ਕਿ ਥੱਲੂ ਕੱਢਿਆ ਤਾਂ ਇਹ ਸਾਹਮਣੇ ਉੱਤੋਂ ਗਏ ਉੱਤੋਂ ਹੀ ਕੱਢਿਆ ਹੈ। ਇਹ ਸਾਜੀ ਜੇ ਰੇਸ਼ਾ ਜਿਹੜਾ ਨਹੀਂ ਅੰਦਰੋਂ ਹੋਣਾ ਹੈ ਹੈਗਾ ਨਾਲੇ ਦਾ ਉੱਤੋਂ ਉੱਤੋਂ ਪੱਟੀਆਂ ਨਿਕਲਿਆ ਭਰ ਹੈ। ਦਿੱਤੀਆਂ ਨੇ ਵਿੱਚ। ਉੱਤੋਂ ਵੀ ਲੈਣਾ ਥੱਲੇ ਵੀ ਜਾਣਾ ਰੇਸ਼ਾ ਤਾਂ ਉਹਨੂੰ ਸਾਰਾ ਭਾਈ ਨਿਕਲਣਾ ਹਾਲ ਟਿਕਟ ਤੁਸੀਂ ਵੀ ਲਓ ਨਾਲ ਪਤਾ ਨਹੀਂ ਕੀ ਕਰੋ ਮੈਂ ਕਰ ਦੂੰਗਾ। ਇਹ ਸਾਰੀਆਂ ਗੋਲੀਆਂ ਦੱਸੋ ਨਾਲ ਟੀਕੇ 5 ਗ੍ਰਾਮ ਦੇ ਲਓ ਭਾਵੇਂ ਤੇ ਫਿਕਰ ਹੋ ਜੀ ਇਸ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ ਮੇਰਾ ਭਰਾ। ਇਹਨਾਂ ਨੇ ਕਰਨਾ ਹੀ ਜੋ ਵੀ ਕਰਨਾ ਅਸੀਂ ਨਹੀਂ ਕਰਨਾ ਕੁਝ ਅੱਲਾਹ ਖੈਰ ਕਰੇ, ਅੱਲਾਹ ਤੇ ਨਾ ਡਾਕਟਰ ਕਾਸੀ ਨਹੀਂ ਅਸਾਸੀ ਪਾਇਆ ਉਲਟ ਕਰੀ ਤੇ ਅਗਲੇ ਕਹਿੰਦਾ ਟਾਈਮ ਹੀ ਨਹੀਂ ਹੈਗਾ ਨਾਲੇ ਸਿਰ ਕੋਈ ਹੁੰਦੀ ਨਹੀਂ ਬਾਹਰ ਹੀ ਕੀੜਾ ਆ ਜਾਂਦਾ ਟੀਕੇ ਤੇ ਲਾ ਲਾ ਕੇ ਅਸੀਂ ਹੱਕ ਗਏ ਹਾਂ ਉਧਰ ਗਏ 3000 ਦੇ ਉਹਨੂੰ ਦਿੱਤੇ ਫਿਰ 3000 ਦੇ ਲਿਆ ਕੇ ਲਾਈਆਂ ਦੋ ਸ਼ੀਸ਼ੀਆਂ ਲੈ ਆਏ ਉਹਨੂੰ ਟੀਕੇ ਨਾਲ ਵਹਾ ਦੇਣਾ ਜਿਹੜੇ ਲੱਗੇ ਨੇ। ਉਧਰ ਪਏ ਨੇ ਹਾਲੇ ਜੋ ਕਹੋਗੇ ਤੇ ਰਾਤ ਨੂੰ ਵੀ ਸ਼ੀਸ਼ੀ ਲਾਣੇ ਨੇ ਉਹ ਲਾਉਂਦੇ ਮੈਨੂੰ ਚੈੱਕ ਹੀ ਕਰਾਉਣਾ ਨੇ ਕਰੀ ਜਾਂ ਫਿਰ ਉਹ ਦੱਸ ਦੇਣਗੇ ਨਾ ਵੀ ਇਹ ਲਓ ਤੇ ਇਹ ਨਾ ਲਓ ਅੱਛਾ ਕੋ ਦਿਓ ਹੋ ਕੋ ਡੋਰੀ ਡਾਰੀ ਹੈ ਬੰਨਣ ਵਾਸਤੇ। ਲੋਕ ਰੱਸੀ ਫੜ ਲਾ ਪੱਟੀ ਉੱਤੇ ਉੱਤੋਂ ਲੱਗ ਜੋ ਕਹਿੰਦੇ ਬਾਰਿਸ਼ ਸ਼ਿਵਾਰ ਠੀਕ ਸੇਬੇ ਦਾ ਪਾਗਲ ਛਕੰਜਾ ਯਾਰ ਉਧਰ ਉੱਤੇ ਬੰਦੀ ਕਰਾਂਗੇ। ਨਹੀਂ ਠੀਕ ਹੈ ਪੱਟੀ ਤੋਂ ਕੁਛ ਨਹੀਂ ਚਲੋ ਜਲਸ ਠੀਕ ਹੈ ਜਿਹੜੇ ਨੇ ਸੁਣਾਓ ਜੀ ਪਹਿਲੇ ਨਹੀਂ ਇੰਜ ਪੈਰ ਰਾਤ ਪਹਿਲੇ ਪਹਿਲੀ ਵੀਡੀਓ ਬਣਾਈ ਆ ਪਹਿਲੇ ਵੀ ਕੁਰਦੀ ਤੋੜਦੀ ਦੀ ਪਹਿਲੇ ਬਣੀ ਭਲਾ पहले टोरी नहीं थी पहले दी जी तो टोरी तो बनी हुई है ਚਲੋ ਕੋਈ ਨਹੀਂ ਠੀਕ ਬਸ ਬੰਦ ਜਿਹੜੇ ਜ਼ਰੂਰੀ ਚੀਜ਼ ਨੇ ਜੀ ਇਹ ਜੀ ਟੀਕੇ ਲਿਆ ਕੇ ਜੀ ਲਾ ਰਹੇ ਨੇ ਡਾਕਟਰਾਂ ਨੇ ਲਿਖ ਕੇ ਦਿੱਤੇ ਨੇ ਜੀ। ਹਾਂਜੀ ਇਹ ਜੀ ਸੈਲੀਬ੍ਰੇਟ ਦਾ ਤੇ ਡੁਵਾਸੋਲ ਲਾ ਰਹੇ ਨੇ ਜੀ। ਯਾਨੀ ਕਿ ਇਹ ਜਿਹੜੇ ਇਲਾਜ ਕਰਨ ਵਾਲੇ ਡਾਕਟਰ ਨੇ ਉਹਨਾਂ ਦਾ ਮਤਲਬ ਹੈਗਾ ਸੀ ਕਿ ਮੱਝ ਦਾ ਪੱਠਾ ਸੁੱਕਣ ਡਿਆ ਪੱਠੇ ਦਾ ਮਸਲਾ ਹੈਗਾ ਲੇਕਿਨ ਅਸਲ 'ਚ ਮਸਲਾ ਕੀ ਨਿਕਲਿਆ ਐਬਸੈਸ ਦਾ ਯਾਨੀ ਕਿ ਅੰਦਰ ਜਿਹੜੀ ਪਾਇਓਜੈਨਿਕ ਬੈਕਟੀਰੀਆ ਜਿਹੜੀ ਇਨਫੈਕਸ਼ਨ ਕਰ ਗਏ ਨੇ ਇਨਫੈਕਸ਼ਨ ਦੀ ਵਜ੍ਹਾ ਕਰਕੇ ਸ਼ੋਲਡਰ ਜੁਆਇੰਟ ਐਲਬੋ ਜੁਆਇੰਟ ਔਰ ਨੀ ਜੁਆਇੰਟ ਜਿੱਥੇ ਸਮਝ ਲਓ ਕਿ ਪੂਰੀ ਲੈਗ ਜਿਹੜੀ ਨਾ ਫਰੰਟ ਯਾਨੀ ਕਿ ਪਹਿਲੀ ਲੈਗ ਜਿਹੜੀ ਹੈਗੀ ਮੁਕੰਮਲ ਤੌਰ ਤੇ ਰਿਸ਼ੇ ਦੇ ਨਾਲ ਪੀਪ ਦੇ ਨਾਲ ਭਰ ਗਈ ਸੀ। ਅਸੀਂ ਉਹਦੀ ਸਰਜਰੀ ਕਰਕੇ ਅੱਲਾਹ ਦੇ ਮਿਹਰਬਾਨੀ ਨਾਲ ਕਾਮਯਾਬ ਤਰੀਕੇ ਨਾਲ ਆਪਰੇਸ਼ਨ ਕੀਤਾ ਜਿੰਦੇ ਚ ਮੈਂ ਚੱਲ ਕੇ ਆਈ ਔਰ ਮੈਂ ਇਹਨੇ ਪੈਰ ਰੱਖਿਆ ਮੈਂ ਚੱਲ ਕੇ ਆਈ ਪੈਰ ਰੱਖ ਕੇ ਆਈ ਟੁਰ ਕੇ ਆਈ। ਅੱਜ ਮੈਂ ਪੈਰ ਅੱਗੇ ਪੈਰ ਰੱਖਿਆ ਇਹ ਰੱਖੋ ਭਾਈ ਸਿਰ ਫਿਲਹਾਲ ਐਂਟੀਬਾਇਓਟਿਕ ਦਿਓ 3 ਸਟੈਪ ਦਿਓ ਜਾਂ 50